ਇਹ ਵੀਡੀਓ ਚਤੁਰਭੁਜ ਨਾਲ ਸੰਬੰਧਿਤ ਹੈ। ਇੱਥੇ ਅਗੇਤਰ ਲੱਗਿਆ ਹੋਇਆ ਹੈ ਚਤੁਰ। ਚਤੁਰ ਤੋਂ ਭਾਵ ਹੁੰਦਾ ਹੈ 4। ਇਸ ਲਈ ਚਤੁਰਭੁਜ ਦਾ ਅਰਥ ਹੋਇਆ 4 ਭੁਜਾਵਾਂ ਵਾਲੀ ਆਕ੍ਰਿਤੀ। ਫੋਰ ਐਗਜ਼ਾਮਪਲ ਅਸੀਂ ਇੱਥੇ ਚਤੁਰਭੁਜ ਡਰਾ ਕਰ ਲੈਂਦੇ ਹਾਂ। ਇੱਥੇ ਅਸੀਂ 4 ਭੁਜਾਵਾਂ ਲੈਂਦੇ ਹਾਂ 1 2 3 4। ਇਸ ਤਰ੍ਹਾਂ 4 ਭੁਜਾਵਾਂ ਦੀ ਬੰਦ ਆਕ੍ਰਿਤੀ ਨੂੰ ਅਸੀਂ ਚਤੁਰਭੁਜ ਆਖਦੇ ਹਾਂ। ਇੱਕ ਹੋਰ ਡਰਾ ਕਰ ਲੈਂਦੇ ਹਾਂ 1 2 3 4। ਸੋ ਇਹ ਵੀ ਸਾਡੇ ਕੋਲ ਇੱਕ ਚਤੁਰਭੁਜ ਹੈ। ਹੁਣ ਇੱਕ ਹੋਰ ਡਰਾ ਕਰ ਲੈਂਦੇ ਹਾਂ 1 2 3 ਤੇ 4। ਇਸ ਤਰ੍ਹਾਂ ਦੀਆਂ ਆਕ੍ਰਿਤੀਆਂ ਨੂੰ ਅਸੀਂ ਚਤੁਰਭੁਜ ਆਖਦੇ ਹਾਂ। ਹਰੇਕ ਚਤੁਰਭੁਜ ਦੀਆਂ 4 ਭੁਜਾਵਾਂ ਹੁੰਦੀਆਂ ਹਨ, 4 ਸਿਖਰ ਹੁੰਦੇ ਹਨ 1 2 3 4 ਅਤੇ 4 ਅੰਦਰਲੇ ਕੋਣ ਹੁੰਦੇ ਹਨ। ਇੱਥੇ ਇੱਕ ਇਹ ਕੋਣ ਹੈ, ਦੂਜਾ ਇਹ ਕੋਣ ਹੈ, ਤੀਜਾ ਕੋਣ ਇਹ ਹੈ ਅਤੇ ਚੌਥਾ ਕੋਣ ਇਹ ਹੈ। ਇਸੇ ਤਰ੍ਹਾਂ ਇਸ ਆਕ੍ਰਿਤੀ ਦੇ ਵਿੱਚ ਵੀ ਇੱਕ ਕੋਣ ਇਹ ਹੈ, ਦੂਜਾ ਕੋਣ ਇਹ ਹੈ, ਤੀਜਾ ਇਹ ਹੈ ਅਤੇ ਚੌਥਾ ਕੋਣ ਇੱਕ ਵੱਡਾ ਕੋਣ ਬਣਿਆ ਹੋਇਆ ਹੈ। ਇਸ ਤਰ੍ਹਾਂ ਹਰੇਕ ਚਤੁਰਭੁਜ ਦੀਆਂ 4 ਭੁਜਾਵਾਂ, 4 ਸਿਖਰ ਅਤੇ 4 ਅੰਦਰਲੇ ਕੋਣ ਹੁੰਦੇ ਹਨ। ਅੱਗੇ ਅਸੀਂ ਚਤੁਰਭੁਜਾਵਾਂ ਨੂੰ ਉਸ ਦੇ ਗੁਣਾਂ ਦੇ ਅਨੁਸਾਰ 2 ਅਲੱਗ-ਅਲੱਗ ਗਰੁੱਪ ਵਿੱਚ ਵੰਡ ਲੈਂਦੇ ਹਾਂ। ਹੁਣ ਚਤੁਰਭੁਜਾਵਾਂ ਦੇ ਮੇਨ ਗਰੁੱਪ ਹਨ। ਇੱਕ ਹੈ ਅਵਤਲ ਚਤੁਰਭੁਜ ਅਤੇ ਦੂਜੀ ਹੈ ਉੱਤਲ ਚਤੁਰਭੁਜ। ਅਵਤਲ ਚਤੁਰਭੁਜ ਨੂੰ ਅਸੀਂ ਇਸ ਤਰ੍ਹਾਂ ਯਾਦ ਕਰ ਲੈਂਦੇ ਹਾਂ ਕਿ ਜੋ ਚਤੁਰਭੁਜ ਅੰਦਰ ਵਾਲੇ ਪਾਸੇ ਨੂੰ ਹੋਵੇ ਉਸ ਨੂੰ ਅਸੀਂ ਅਵਤਲ ਚਤੁਰਭੁਜ ਆਖਦੇ ਹਾਂ। ਜਿਵੇਂ ਤੁਸੀਂ ਇੱਥੇ ਦੇਖ ਰਹੇ ਹੋ, ਇਹ ਚਤੁਰਭੁਜ ਅੰਦਰ ਵਾਲੇ ਪਾਸੇ ਨੂੰ ਹੈ, ਇਸ ਲਈ ਇਸ ਤਰ੍ਹਾਂ ਦੀਆਂ ਚਤੁਰਭੁਜਾਵਾਂ ਨੂੰ ਅਸੀਂ ਅਵਤਲ ਚਤੁਰਭੁਜ ਆਖਦੇ ਹਾਂ। ਆਓ ਇੱਕ ਵਾਰੀ ਫਿਰ ਤੋਂ ਅਵਤਲ ਚਤੁਰ ਨੂੰ ਡਰਾ ਕਰ ਲੈਂਦੇ ਹਾਂ। ਇੱਥੇ ਅਸੀਂ ਇੱਕ ਭੁਜਾ ਲੈਂਦੇ ਹਾਂ, ਦੂਜੀ, ਇਹ ਤੀਜੀ ਤੇ ਇਹ ਚੌਥੀ। ਇਸ ਤਰ੍ਹਾਂ 4 ਭੁਜਾਵਾਂ ਨੂੰ ਮਿਲ ਕੇ ਇੱਕ ਅਵਤਲ ਚਤੁਰਭੁਜ ਬਣ ਗਈ। ਹੁਣ ਅੱਗੇ ਤੁਹਾਨੂੰ ਦੱਸ ਦਈਏ ਕਿ ਪਰਿਭਾਸ਼ਾ ਦੇ ਅਨੁਸਾਰ ਅਵਤਲ ਚਤੁਰਭੁਜ ਉਹ ਚਤੁਰਭੁਜ ਹੁੰਦੀ ਹੈ ਜਿਸ ਦਾ ਇੱਕ ਕੋਣ 180 ਡਿਗਰੀ ਤੋਂ ਵੱਡਾ ਹੋਵੇ। ਹੁਣ ਇੱਥੇ ਇਹ ਜੋ ਕੋਣ ਬਣ ਰਿਹਾ ਹੈ ਇਹ 180 ਡਿਗਰੀ ਤੋਂ ਵੱਡਾ ਕੋਣ ਹੈ, ਇਸ ਲਈ ਅਸੀਂ ਇਸ ਤਰ੍ਹਾਂ ਦੀਆਂ ਚਤੁਰਭੁਜਾਵਾਂ ਨੂੰ ਅਵਤਲ ਚਤੁਰਭੁਜ ਆਖਦੇ ਹਾਂ। ਹੁਣ ਦੂਜੀ ਕਿਸਮ ਦੀਆਂ ਚਤੁਰਭੁਜਾਂ ਹੁੰਦੀਆਂ ਹਨ ਜਿਸ ਨੂੰ ਅਸੀਂ ਉੱਤਲ ਚਤੁਰਭੁਜ ਆਖਦੇ ਹਾਂ। ਹੁਣ ਉਹ ਚਤੁਰਭੁਜਾਵਾਂ ਜਿਨ੍ਹਾਂ ਦੇ ਸਾਰੇ ਕੋਣ 180 ਡਿਗਰੀ ਤੋਂ ਘੱਟ ਹੋਣ, ਉਹਨਾਂ ਚਤੁਰਭੁਜਾਵਾਂ ਨੂੰ ਅਸੀਂ ਉੱਤਲ ਚਤੁਰਭੁਜਾਵਾਂ ਆਖਦੇ ਹਾਂ। ਹੁਣ ਇੱਥੇ ਸਾਡੇ ਕੋਲ ਇਹ ਚਤੁਰਭੁਜ ਅਤੇ ਇਹ ਚਤੁਰਭੁਜ, ਇਹ ਦੋਨੋਂ ਹੀ ਉੱਤਲ ਚਤੁਰਭੁਜ ਦੀਆਂ ਉਦਾਹਰਨਾਂ ਹਨ। ਹੁਣ ਇੱਥੇ ਅਸੀਂ ਇੱਕ ਹੋਰ ਉੱਤਲ ਚਤੁਰਭੁਜ ਡਰਾ ਕਰ ਲੈਂਦੇ ਹਾਂ। ਇੱਥੇ ਸਾਡੇ ਕੋਲ ਹੈ ਇੱਕ ਭੁਜਾ ਇਹ ਹੋ ਗਈ, ਦੂਜੀ ਭੁਜਾ ਇਹ ਹੋ ਗਈ, ਤੀਜੀ ਇਹ ਤੇ ਚੌਥੀ ਇਹ। ਇਸ ਤਰ੍ਹਾਂ ਦੀਆਂ ਚਤੁਰਭੁਜਾਵਾਂ ਨੂੰ ਉੱਤਲ ਚਤੁਰਭੁਜਾਂ ਆਖਿਆ ਜਾਂਦਾ ਹੈ। ਹੁਣ ਇਸ ਚਤੁਰਭੁਜ ਦੇ ਚਾਰੇ ਕੋਣਾਂ ਦਾ ਮਾਪ 180 ਡਿਗਰੀ ਤੋਂ ਘੱਟ ਹੈ। ਇੱਥੇ ਕਦੀ ਵੀ ਕੋਈ ਵੀ ਕੋਣ 180 ਡਿਗਰੀ ਦੇ ਬਰਾਬਰ ਨਹੀਂ ਹੋ ਸਕਦਾ, ਕਿਉਂਕਿ ਜੇ ਇਹ ਕੋਣ 180 ਡਿਗਰੀ ਦੇ ਬਰਾਬਰ ਹੋ ਗਿਆ ਤਾਂ ਦੋਨੇ ਜੋ ਭੁਜਾਵਾਂ ਹਨ ਇਹ ਮਿਲ ਕੇ ਇੱਕ ਰੇਖਾ ਬਣ ਜਾਵੇਗੀ ਅਤੇ ਇਹ ਜੋ ਸ਼ਕਲ ਹੈ, ਚਤੁਰਭੁਜ ਦੀ ਸ਼ਕਲ ਹੈ, ਇਹ ਇੱਕ ਤ੍ਰਿਭੁਜ ਵਾਂਗ ਹੋਵੇਗੀ। ਇਸ ਤੋਂ ਭਾਵ ਇਹ ਹੋਇਆ ਕਿ ਉੱਤਲ ਚਤੁਰਭੁਜ ਦੇ ਹਰੇਕ ਕੋਣ ਦਾ ਮਾਪ 180 ਡਿਗਰੀ ਤੋਂ ਘੱਟ ਹੁੰਦਾ ਹੈ, ਜਦੋਂ ਕਿ ਅਵਤਲ ਚਤੁਰਭੁਜ ਦੇ ਵਿੱਚ ਇੱਕ ਕੋਣ ਦਾ ਮਾਪ 180 ਡਿਗਰੀ ਤੋਂ ਵੱਧ ਹੁੰਦਾ ਹੈ। ਅੱਗੇ ਉੱਤਲ ਚਤੁਰਭੁਜ ਨੂੰ ਕਈ ਕੈਟਾਗਰੀਆਂ ਵਿੱਚ ਵੰਡਿਆ ਜਾ ਸਕਦਾ ਹੈ। ਅੱਗੇ ਮੈਂ ਕੇਵਲ ਉੱਤਲ ਚਤੁਰਭੁਜ ਦੀਆਂ ਕਿਸਮਾਂ ਬਾਰੇ ਹੀ ਗੱਲ ਕਰਾਂਗਾ। ਇੱਥੇ ਮੈਂ ਇਸ ਦੀਆਂ ਕਿਸਮਾਂ ਨੂੰ ਦੱਸਣ ਲਈ ਜਗ੍ਹਾ ਬਣਾ ਲੈਂਦਾ ਹਾਂ। ਹੁਣ ਮੈਂ ਇੱਥੇ ਅਵਤਲ ਚਤੁਰਭੁਜ ਬਾਰੇ ਗੱਲ ਨਹੀਂ ਕਰਾਂਗਾ, ਇੱਥੇ ਮੈਂ ਕੇਵਲ ਉੱਤਲ ਚਤੁਰਭੁਜ ਬਾਰੇ ਹੀ ਗੱਲ ਕਰਾਂਗਾ। ਹੁਣ ਉੱਤਲ ਚਤੁਰਭੁਜ ਦੀਆਂ ਕਈ ਕਿਸਮਾਂ ਹਨ, ਜਿਨ੍ਹਾਂ ਵਿੱਚੋਂ ਪਹਿਲੀ ਕਿਸਮ ਹੈ ਸਮਲੰਬ ਚਤੁਰਭੁਜ। ਸਮਲੰਬ ਚਤੁਰਭੁਜ ਦੇ ਵਿੱਚ ਭੁਜਾਵਾਂ ਦਾ ਇੱਕ ਜੋੜਾ ਸਮਾਨਾਂਤਰ ਹੁੰਦਾ ਹੈ। ਹੁਣ ਇੱਥੇ ਮੈਂ ਸਮਲੰਬ ਚਤੁਰਭੁਜ ਬਣਾ ਲੈਂਦਾ ਹਾਂ। ਇੱਥੇ ਇਸ ਦੀਆਂ 2 ਭੁਜਾਵਾਂ ਲੈ ਲੈਂਦਾ ਹਾਂ ਜੋ ਕਿ ਆਪਸ ਵਿੱਚ ਸਮਾਨਾਂਤਰ ਹਨ। ਹੁਣ ਦੂਜੀਆਂ 2 ਭੁਜਾਵਾਂ ਨੂੰ ਮੈਂ ਇੱਥੇ ਮਿਲਾ ਲੈਂਦਾ ਹਾਂ, ਤਾਂ ਹੁਣ ਇਹ ਮੇਰੇ ਕੋਲ ਇੱਕ ਚਤੁਰਭੁਜ ਬਣ ਗਈ ਜੋ ਕਿ ਸਮਲੰਬ ਚਤੁਰਭੁਜ ਹੈ। ਇਹ ਹੁਣ ਮੇਰੇ ਕੋਲ ਸਮਲੰਬ ਚਤੁਰਭੁਜ ਹੈ। ਸਮਲੰਬ ਚਤੁਰਭੁਜ। ਹੁਣ ਇਸ ਦੇ ਵਿੱਚ ਇਹ ਭੁਜਾ ਇਸ ਭੁਜਾ ਦੇ ਸਮਾਨਾਂਤਰ ਹੈ। ਇਸ ਦੇ ਸਿਖਰ ਬਿੰਦੂ ਹਨ A, B, C, D। ਹੁਣ ਇੱਥੇ AB ਭੁਜਾ ਸਮਾਨਾਂਤਰ ਹੈ DC ਭੁਜਾ ਦੇ। ਇਹ ਦੋਨੋਂ ਹੀ ਭੁਜਾਵਾਂ ਆਪਸ ਵਿੱਚ ਸਮਾਨਾਂਤਰ ਹਨ, ਇਸ ਲਈ ਇਸ ਚਤੁਰਭੁਜ ਨੂੰ ਸਮਲੰਬ ਚਤੁਰਭੁਜ ਆਖਿਆ ਜਾਂਦਾ ਹੈ। ਹੁਣ ਸਮਲੰਬ ਚਤੁਰਭੁਜ ਨੂੰ 2 ਤਰ੍ਹਾਂ ਪਰਿਭਾਸ਼ਿਤ ਕੀਤਾ ਜਾਂਦਾ ਹੈ।
ਕੁਝ ਲੋਕ ਕਹਿੰਦੇ ਹਨ ਕਿ ਸਮਲੰਬ ਚਤੁਰਭੁਜ ਉਹ ਚਤੁਰਭੁਜ ਹੁੰਦੀ ਹੈ ਜਿਸ ਵਿੱਚ ਭੁਜਾਵਾਂ ਦਾ ਕੇਵਲ ਇੱਕ ਜੋੜਾ ਹੀ ਸਮਾਨਾਂਤਰ ਹੁੰਦਾ ਹੈ, ਜਦੋਂ ਕਿ ਦੂਜੇ ਲੋਕ ਕਹਿੰਦੇ ਹਨ ਕਿ ਸਮਲੰਬ ਚਤੁਰਭੁਜ ਵਿੱਚ ਘੱਟੋ ਘੱਟ ਇੱਕ ਜੋੜਾ ਸਮਾਨਾਂਤਰ ਹੋਵੇ। ਹੁਣ ਦੂਜੀ ਪਰਿਭਾਸ਼ਾ ਦੇ ਅਨੁਸਾਰ ਇਹ ਚਤੁਰਭੁਜ ਜਿਸ ਦੇ ਦੋਨੋਂ ਹੀ ਜੋੜੇ ਸਮਾਨਾਂਤਰ ਹੋਣ ਤਾਂ ਇਹ ਵੀ ਇੱਕ ਸਮਲੰਬ ਚਤੁਰਭੁਜ ਹੋਈ। ਹੁਣ ਇੱਥੇ ਇਹ ਭੁਜਾ ਇਸ ਭੁਜਾ ਦੇ ਸਮਾਨਾਂਤਰ ਹੈ ਅਤੇ ਇਹ ਭੁਜਾ ਇਸ ਭੁਜਾ ਦੇ ਸਮਾਨਾਂਤਰ ਹੈ, ਪਰ ਇੱਥੇ ਦੋਨੋਂ ਹੀ ਪਰਿਭਾਸ਼ਾਵਾਂ ਅਲੱਗ-ਅਲੱਗ ਤਰ੍ਹਾਂ ਦੀਆਂ ਹਨ, ਇਸ ਲਈ ਇੱਥੇ ਇੱਕ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ ਹੈ। ਹੁਣ ਪਹਿਲੀ ਪਰਿਭਾਸ਼ਾ ਦੇ ਅਨੁਸਾਰ ਕੇਵਲ ਇਹ ਚਤੁਰਭੁਜ ਹੀ ਸਮਲੰਬ ਚਤੁਰਭੁਜ ਹੈ, ਕਿਉਂਕਿ ਇਸ ਵਿੱਚ ਕੇਵਲ ਇੱਕ ਹੀ ਜੋੜਾ ਸਮਾਨਾਂਤਰ ਹੈ, ਜਦੋਂ ਕਿ ਦੂਜੀ ਪਰਿਭਾਸ਼ਾ ਅਨੁਸਾਰ ਜਿਸ ਅਨੁਸਾਰ ਕਿ ਘੱਟੋ ਘੱਟ ਇੱਕ ਜੋੜਾ ਸਮਾਨਾਂਤਰ ਹੋਵੇ। ਹੁਣ ਇਸ ਚਤੁਰਭੁਜ ਦੇ ਵਿੱਚ ਇੱਕ ਜੋੜਾ ਤਾਂ ਸਮਾਨਾਂਤਰ ਹੈ ਹੀ ਹੈ, ਇਸ ਲਈ ਇਹ ਚਤੁਰਭੁਜ ਵੀ ਸਮਲੰਬ ਚਤੁਰਭੁਜ ਹੋਵੇਗੀ। ਇਸ ਤਰ੍ਹਾਂ ਦੋਨੋਂ ਹੀ ਪਰਿਭਾਸ਼ਾਵਾਂ ਦੇ ਅਨੁਸਾਰ ਅਲੱਗ-ਅਲੱਗ ਕਿਸਮ ਦੀਆਂ ਚਤੁਰਭੁਜਾਵਾਂ ਨੂੰ ਅਸੀਂ ਸਮਲੰਬ ਚਤੁਰਭੁਜ ਆਖ ਸਕਦੇ ਹਾਂ। ਹੁਣ ਅੱਗੇ ਅਸੀਂ ਗੱਲ ਕਰਦੇ ਹਾਂ ਕਿ ਜਿਸ ਚਤੁਰਭੁਜ ਦੀਆਂ ਭੁਜਾਵਾਂ ਦੇ ਦੋਨੇ ਜੋੜੇ ਸਮਾਨਾਂਤਰ ਹੋਣ, ਜਿਸ ਤਰ੍ਹਾਂ ਇੱਥੇ ਬਣਿਆ ਹੋਇਆ ਹੈ, ਤਾਂ ਇਸ ਤਰ੍ਹਾਂ ਦੀ ਚਤੁਰਭੁਜ ਨੂੰ ਅਸੀਂ ਸਮਾਨਾਂਤਰ ਚਤੁਰਭੁਜ ਆਖਦੇ ਹਾਂ। ਸੋ ਅਗਲੀ ਕਿਸਮ ਹੈ ਸਮਾਨਾਂਤਰ ਚਤੁਰਭੁਜ। ਸਮਾਨਾਂਤਰ ਚਤੁਰਭੁਜ। ਹੁਣ ਇੱਥੇ ਸਮਾਨਾਂਤਰ ਚਤੁਰਭੁਜ ਡਰਾ ਕਰ ਲੈਂਦੇ ਹਾਂ। ਸਮਾਨਾਂਤਰ ਚਤੁਰਭੁਜ ਦੇ ਵਿੱਚ ਇਸ ਭੁਜਾ ਦੇ ਸਮਾਨਾਂਤਰ ਦੂਜੀ ਭੁਜਾ ਹੋਵੇਗੀ। ਹੁਣ ਇੱਥੇ ਇਸ ਭੁਜਾ ਦੇ ਸਮਾਨਾਂਤਰ ਇਹ ਭੁਜਾ ਹੈ ਅਤੇ ਇਸ ਭੁਜਾ ਦੇ ਸਮਾਨਾਂਤਰ ਇਹ ਭੁਜਾ ਹੈ। ਇਸ ਤਰ੍ਹਾਂ ਦੇ ਚਤੁਰਭੁਜ ਨੂੰ ਅਸੀਂ ਸਮਾਨਾਂਤਰ ਚਤੁਰਭੁਜ ਆਖਦੇ ਹਾਂ। ਇੱਥੇ ਪੂਰਾ ਲਿਖ ਲੈਂਦੇ ਹਾਂ, ਸਮਾਨਾਂਤਰ ਚਤੁਰਭੁਜ। ਹੁਣ ਅੱਗੇ ਜੇਕਰ ਇਸ ਸਮਾਨਾਂਤਰ ਚਤੁਰਭੁਜ ਦੇ ਇਹ ਚਾਰੇ ਕੋਣਾਂ ਦਾ ਮਾਪ ਬਰਾਬਰ ਕਰ ਦਈਏ, ਬਰਾਬਰ ਤੋਂ ਭਾਵ ਇਹ ਚਾਰੇ ਕੋਣ 90-90 ਡਿਗਰੀ ਦੇ ਹੋ ਜਾਣ, ਤਾਂ ਇਹ ਸਮਾਨਾਂਤਰ ਚਤੁਰਭੁਜ ਕੁਝ ਇਸ ਤਰ੍ਹਾਂ ਦੀ ਦਿਖਾਈ ਦੇਵੇਗੀ। ਹੁਣ ਇੱਥੇ ਆਪਾਂ ਚਾਰੇ ਕੋਣ 90 ਡਿਗਰੀ ਦੇ ਲੈ ਲੈਂਦੇ ਹਾਂ, ਤਾਂ ਹੁਣ ਇਹ ਸਮਾਨਾਂਤਰ ਚਤੁਰਭੁਜ ਕੁਝ ਇਸ ਤਰ੍ਹਾਂ ਦੀ ਦਿਖੇਗੀ। ਹੁਣ ਇੱਥੇ ਇਹ ਦੋਨੇ ਭੁਜਾਵਾਂ ਆਪਸ ਵਿੱਚ ਸਮਾਨਾਂਤਰ ਹਨ ਅਤੇ ਇਹ ਭੁਜਾ ਇਸ ਭੁਜਾ ਦੇ ਸਮਾਨਾਂਤਰ ਹੈ ਅਤੇ ਇਸ ਦੇ ਚਾਰੇ ਕੋਣਾਂ ਦਾ ਮਾਪ 90 ਡਿਗਰੀ ਦੇ ਬਰਾਬਰ ਹੈ। ਹੁਣ ਇਹ ਚਤੁਰਭੁਜ ਇੱਕ ਵਿਸ਼ੇਸ਼ ਕਿਸਮ ਦੀ ਚਤੁਰਭੁਜ ਹੋ ਗਈ। ਇਸ ਦਾ ਇੱਕ ਵਿਸ਼ੇਸ਼ ਗੁਣ ਹੋ ਗਿਆ, ਹੁਣ ਇਹ ਹੈ ਤਾਂ ਸਮਾਨਾਂਤਰ ਚਤੁਰਭੁਜ ਹੀ, ਕਿਉਂਕਿ ਇਸ ਵਿੱਚ ਭੁਜਾਵਾਂ ਦੇ ਦੋਵੇਂ ਜੋੜੇ ਆਪਸ ਵਿੱਚ ਸਮਾਨਾਂਤਰ ਹਨ, ਪਰ ਕਿਉਂਕਿ ਇਸ ਦੇ ਚਾਰੇ ਕੋਣ ਵੀ ਬਰਾਬਰ ਹਨ ਜੋ ਕਿ 90 ਡਿਗਰੀ ਦੇ ਬਰਾਬਰ ਹਨ, ਇਸ ਲਈ ਇਸ ਚਤੁਰਭੁਜ ਦਾ ਇੱਕ ਵਿਸ਼ੇਸ਼ ਨਾਂ ਹੈ। ਇਸ ਚਤੁਰਭੁਜ ਨੂੰ ਅਸੀਂ ਆਇਤ ਆਖਦੇ ਹਾਂ। ਇਸ ਚਤੁਰਭੁਜ ਨੂੰ ਅਸੀਂ ਆਇਤ ਆਖਦੇ ਹਾਂ। ਹੁਣ ਅੱਗੇ ਜੇਕਰ ਅਸੀਂ ਇਸ ਸਮਾਨਾਂਤਰ ਚਤੁਰਭੁਜ ਦੀਆਂ ਚਾਰੇ ਭੁਜਾਵਾਂ ਨੂੰ ਇੱਥੇ ਬਰਾਬਰ ਕਰ ਲਈਏ। ਹੁਣ ਇੱਥੇ ਸਮਾਨਾਂਤਰ ਚਤੁਰਭੁਜ ਹੈ, ਇਸ ਸਮਾਨਾਂਤਰ ਚਤੁਰਭੁਜ ਦੀਆਂ ਚਾਰੇ ਭੁਜਾਵਾਂ ਬਰਾਬਰ ਕਰ ਲਈਏ ਪਰ ਕੋਣ 90 ਡਿਗਰੀ ਨਾ ਕਰੀਏ, ਤਾਂ ਇਹ ਸਾਡੇ ਕੋਲ ਇਸ ਤਰ੍ਹਾਂ ਦੀ ਦਿਖਾਈ ਦੇਗੀ। ਸੋ ਸਾਡੇ ਕੋਲ ਇੱਕ ਭੁਜਾ ਇਹ ਹੋ ਗਈ, ਦੂਜੀ ਇਹ, ਤੀਸਰੀ ਭੁਜਾ ਇਹ ਅਤੇ ਚੌਥੀ ਭੁਜਾ ਇਹ ਹੋ ਗਈ। ਹੁਣ ਇੱਥੇ ਦੋਨੋਂ ਹੀ ਭੁਜਾਵਾਂ ਆਪਸ ਦੇ ਵਿੱਚ ਸਮਾਨਾਂਤਰ ਹਨ, ਇਹ ਸਮਾਨਾਂਤਰ ਹਨ, ਇਹ ਭੁਜਾ ਇਸ ਭੁਜਾ ਦੇ ਸਮਾਨਾਂਤਰ ਹੈ ਅਤੇ ਇੱਥੇ ਇਹਨਾਂ ਚਾਰਾਂ ਹੀ ਭੁਜਾਵਾਂ ਦੀ ਲੰਬਾਈ ਆਪਸ ਦੇ ਵਿੱਚ ਬਰਾਬਰ ਹੈ। ਤਾਂ ਇਸ ਤਰ੍ਹਾਂ ਦੀ ਚਤੁਰਭੁਜ ਦਾ ਨਾਂ ਹੁੰਦਾ ਹੈ ਸਮ ਚਤੁਰਭੁਜ। ਤਾਂ ਇਹ ਸਾਡੇ ਕੋਲ ਇੱਕ ਸਮ ਚਤੁਰਭੁਜ ਹੈ। ਸਮ ਚਤੁਰਭੁਜ ਇੱਕ ਸਮ ਚਤੁਰਭੁਜ ਹੈ। ਹੁਣ ਹਰੇਕ ਸਮ ਚਤੁਰਭੁਜ ਸਮਾਨਾਂਤਰ ਚਤੁਰਭੁਜ ਹੁੰਦੀ ਹੈ, ਕਿਉਂਕਿ ਇਸ ਦੀਆਂ ਭੁਜਾਵਾਂ ਦੇ ਦੋ ਜੋੜੇ ਸਮਾਨਾਂਤਰ ਹਨ, ਪਰ ਹਰੇਕ ਸਮਾਨਾਂਤਰ ਚਤੁਰਭੁਜ ਸਮ ਚਤੁਰਭੁਜ ਨਹੀਂ ਹੋ ਸਕਦੀ, ਕਿਉਂਕਿ ਜ਼ਰੂਰੀ ਨਹੀਂ ਹੁੰਦਾ ਕਿ ਸਮਾਨਾਂਤਰ ਚਤੁਰਭੁਜ ਦੀਆਂ ਚਾਰੇ ਭੁਜਾਵਾਂ ਦੀ ਲੰਬਾਈ ਬਰਾਬਰ ਹੋਵੇ। ਇਸੇ ਤਰ੍ਹਾਂ ਹੀ ਹਰੇਕ ਆਇਤ ਸਮਾਨਾਂਤਰ ਚਤੁਰਭੁਜ ਹੁੰਦੀ ਹੈ, ਕਿਉਂਕਿ ਇੱਥੇ ਵੀ ਭੁਜਾਵਾਂ ਦੇ ਦੋ ਜੋੜੇ ਸਮਾਨਾਂਤਰ ਹਨ, ਪਰ ਹਰੇਕ ਸਮਾਨਾਂਤਰ ਚਤੁਰਭੁਜ ਆਇਤ ਨਹੀਂ ਹੋ ਸਕਦੀ, ਕਿਉਂਕਿ ਜ਼ਰੂਰੀ ਨਹੀਂ ਕਿ ਸਮਾਨਾਂਤਰ ਚਤੁਰਭੁਜ ਦੇ ਸਾਰੇ ਕੋਣਾਂ ਦਾ ਮਾਪ 90 ਡਿਗਰੀ ਹੋਵੇ। ਜਿਵੇਂ ਤੁਸੀਂ ਇੱਥੇ ਦੇਖ ਰਹੇ ਹੋ, ਇੱਥੇ ਇਹ ਕੋਣ 90 ਤੋਂ ਵੱਡਾ ਹੈ ਅਤੇ ਇਹ 90 ਤੋਂ ਛੋਟਾ ਹੈ। ਹੁਣ ਅੱਗੇ ਤੁਸੀਂ ਕੋਈ ਇਸ ਤਰ੍ਹਾਂ ਦੀ ਚਤੁਰਭੁਜ ਸੋਚੋ ਜਿਸ ਵਿੱਚ ਇਹਨਾਂ ਦੋਨੇ ਚਤੁਰਭੁਜਾਵਾਂ ਦੇ ਗੁਣ ਹੋਣ, ਭਾਵ ਆਇਤ ਵਾਂਗ ਉਸ ਦੇ ਚਾਰੇ ਕੋਣਾਂ ਦਾ ਮਾਪ 90 ਡਿਗਰੀ ਹੋਵੇ ਅਤੇ ਸਮ ਚਤੁਰਭੁਜ ਵਾਂਗ ਉਸ ਦੀਆਂ ਚਾਰੇ ਭੁਜਾਵਾਂ ਦੀ ਲੰਬਾਈ ਵੀ ਬਰਾਬਰ ਹੋਵੇ। ਤਾਂ ਇੱਥੇ ਅਸੀਂ ਕੁਝ ਇਸ ਤਰ੍ਹਾਂ ਦੀ ਚਤੁਰਭੁਜ ਬਣਾਵਾਂਗੇ ਜਿਸ ਦੇ ਵਿੱਚ ਆਇਤ ਅਤੇ ਸਮ ਚਤੁਰਭੁਜ ਦੇ ਗੁਣ ਹੋਣ, ਜੋ ਕਿ ਇਹਨਾਂ ਦੋਨਾਂ ਹੀ ਗੁਣਾਂ ਨੂੰ ਦਰਸਾਉਂਦੀ ਹੋਵੇ। ਅਸੀਂ ਇੱਕ ਇਸ ਤਰ੍ਹਾਂ ਦੀ ਚਤੁਰਭੁਜ ਬਾਰੇ ਸੋਚਣਾ ਹੈ। ਤਾਂ ਮੈਂ ਇੱਥੇ ਹੁਣ ਇਸ ਤਰ੍ਹਾਂ ਦੀ ਚਤੁਰਭੁਜ ਡਰਾ ਕਰਦਾ ਹਾਂ ਜਿਸ ਦੇ ਕਿ ਚਾਰੇ ਭੁਜਾਵਾਂ ਦਾ ਮਾਪ ਵੀ ਬਰਾਬਰ ਹੈ ਅਤੇ ਉਸ ਦੇ ਚਾਰੇ ਕੋਣ 90 ਡਿਗਰੀ ਦੇ ਬਰਾਬਰ ਹਨ। ਤਾਂ ਇੱਥੇ ਸਾਡੇ ਕੋਲ ਇੱਕ ਇਸ ਤਰ੍ਹਾਂ ਦੀ ਚਤੁਰਭੁਜ ਬਣ ਗਈ ਜਿਸ ਦੀਆਂ ਚਾਰੇ ਭੁਜਾਵਾਂ ਦੀ ਲੰਬਾਈ ਬਰਾਬਰ ਹੈ ਅਤੇ ਚਾਰੇ ਕੋਣ 90 ਡਿਗਰੀ ਦੇ ਬਰਾਬਰ ਹਨ। ਤਾਂ ਇਹ ਇੱਕ ਖਾਸ ਕਿਸਮ ਦੀ ਚਤੁਰਭੁਜ ਬਣ ਗਈ। ਇਸ ਚਤੁਰਭੁਜ ਦਾ ਨਾਂ ਹੁੰਦਾ ਹੈ ਵਰਗ। ਇਸ ਨੂੰ ਅਸੀਂ
ਵਰਗ ਆਖਦੇ ਹਾਂ। ਹੁਣ ਇੱਥੋਂ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਹਰੇਕ ਵਰਗ ਨੂੰ ਆਇਤ ਵੀ ਆਖਿਆ ਜਾ ਸਕਦਾ ਹੈ ਅਤੇ ਹਰੇਕ ਵਰਗ ਨੂੰ ਸਮਚਤੁਰਭੁਜ ਵੀ ਆਖਿਆ ਜਾ ਸਕਦਾ ਹੈ। ਹੁਣ ਅੱਗੇ ਕਿਉਂਕਿ ਹਰੇਕ ਆਇਤ ਅਤੇ ਹਰੇਕ ਸਮਚਤੁਰਭੁਜ ਨੂੰ ਸਮਾਨਾਂਤਰ ਚਤੁਰਭੁਜ ਵੀ ਆਖਿਆ ਜਾਂਦਾ ਹੈ, ਤਾਂ ਇਸ ਲਈ ਅਸੀਂ ਇੱਥੇ ਇਹ ਵੀ ਕਹਿ ਸਕਦੇ ਹਾਂ ਕਿ ਹਰੇਕ ਵਰਗ ਇੱਕ ਸਮਾਨਾਂਤਰ ਚਤੁਰਭੁਜ ਹੁੰਦਾ ਹੈ, ਪਰ ਹਰੇਕ ਸਮਾਨਾਂਤਰ ਚਤੁਰਭੁਜ ਵਰਗ ਨਹੀਂ ਹੁੰਦੀ। ਇਸੇ ਤਰ੍ਹਾਂ ਹਰੇਕ ਆਇਤ ਵਰਗ ਨਹੀਂ ਹੁੰਦੀ ਜਦੋਂ ਕਿ ਹਰੇਕ ਵਰਗ ਆਇਤ ਹੁੰਦਾ ਹੈ। ਇਸੇ ਤਰ੍ਹਾਂ ਹਰੇਕ ਵਰਗ ਸਮਚਤੁਰਭੁਜ ਹੁੰਦਾ ਹੈ, ਪਰ ਹਰੇਕ ਸਮਚਤੁਰਭੁਜ ਵਰਗ ਨਹੀਂ ਹੁੰਦੀ।